ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਪਾਠ ਨੰਬਰ 14 ਦਸਤਕਾਰੀ ਅਤੇ ਉਦਯੋਗ ਦੇ ਬਾਰੇ ਜਿਹੜਾ ਕੰਮ ਆਇਆ ਹੈ ਉਹ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਪਾਠ ਨੰਬਰ 13 ਬਸਤੀਵਾਦ ਜੋ ਵਿਦਰੋਹ ਕੀਤੇ ਸੀ ਕਬੀਲਿਆਂ ਨੇ ਉਹਨਾਂ ਬਾਰੇ ਕੀਤਾ ਸੀ। ਬਸਤੀਵਾਦ ਅਤੇ ਕਬਾਇਲੀ ਸਮਾਜ ਬਾਰੇ ਪੜ੍ਹਿਆ ਸੀ, ਜਿਸ ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਗੌਂਡ ਕਬੀਲੇ ਦੀ ਜੋ ਉੜੀਸਾ ਵਿੱਚ ਹਨ ਗਿਣਤੀ ਸਭ ਤੋਂ ਜ਼ਿਆਦਾ ਹੈ। ਫਿਰ ਇਹਨਾਂ ਕਬੀਲਿਆਂ ਨੇ ਵੱਖ-ਵੱਖ ਸਮੇਂ ਵਿਦਰੋਹ ਕੀਤੇ ਸਨ। ਕੱਲ੍ਹ ਅਸੀਂ ਪੜ੍ਹਿਆ ਸੀ ਬਿਰਸਾ ਮੁੰਡਾ ਬਾਰੇ, ਜਿਸ ਨੇ ਬਿਹਾਰ ਦੇ ਛੋਟਾ ਨਾਗਪੁਰ ਖੇਤਰ ਵਿੱਚ ਵਿਦਰੋਹ ਕੀਤਾ ਸੀ, ਜੋ ਰਾਂਚੀ ਦੇ ਦੱਖਣੀ ਹਿੱਸੇ ਵਿੱਚ ਹੋਇਆ ਸੀ 1899 1900 ਈਸਵੀ ਵਿੱਚ। ਫਿਰ ਉਸ ਤੋਂ ਬਾਅਦ 1908 ਦੇ ਵਿੱਚ ਛੋਟਾ ਨਾਗਪੁਰ ਦਾ ਐਕਟ ਪਾਸ ਹੋਇਆ ਸੀ। ਇਸ ਐਕਟ ਦੇ ਨਾਲ ਛੋਟੇ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਮਿਲ ਗਏ ਸਨ ਅਤੇ ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗੇ ਸਨ ਅਤੇ ਲੋਕਾਂ ਦੇ ਵਿੱਚ ਲੋਕ ਜਾਗਰੂਕ ਹੋ ਗਏ ਸਨ ਅਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਸੀ। ਅੱਜ ਅਸੀਂ ਕਰਾਂਗੇ ਦਸਤਕਾਰੀ ਅਤੇ ਉਦਯੋਗ। 19ਵੀਂ ਸਦੀ ਵਿੱਚ ਛੋਟੇ ਉਦਯੋਗਾਂ ਦਾ ਪਤਨ। ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਭਾਰਤ ਦੇ ਪਿੰਡਾਂ ਦੇ ਲੋਕ ਜਿਵੇਂ ਲੁਹਾਰ, ਜੁਲਾਹੇ, ਕਿਸਾਨ, ਤਰਖਾਣ, ਮੋਚੀ, ਘੁਮਿਆਰ ਆਦਿ ਮਿਲ ਕੇ ਪਿੰਡ ਦੀਆਂ ਲੋੜਾਂ ਪੂਰੀਆਂ ਕਰਨ ਲਈ ਚੀਜ਼ਾਂ ਤਿਆਰ ਕਰ ਲੈਂਦੇ ਸਨ ਅਤੇ ਦਸਤਕਾਰੀ ਉਹਨਾਂ ਦੀ ਆਮਦਨੀ ਦਾ ਸਾਧਨ ਹੁੰਦਾ ਸੀ। ਦਸਤਕਾਰੀ ਭਾਵ ਹੱਥੀਂ। ਸਾਰੇ ਲੋਕ ਆਪਦੇ ਹੱਥੀਂ ਮਿਹਨਤ ਕਰਦੇ ਸਨ। ਲੁਹਾਰ ਲੋਹੇ ਦਾ ਕੰਮ ਕਰ ਦਿੱਤਾ, ਕਹੀਆਂ, ਹਥਿਆਰ ਅਤੇ ਔਜ਼ਾਰ ਬਣਾ ਦਿੱਤੇ। ਤਰਖਾਣ ਦਾ ਕੰਮ ਕੀ ਸੀਗਾ, ਲੱਕੜ ਦਾ ਕੰਮ ਕਰ ਦਿੱਤਾ। ਕਿਸੇ ਦੇ ਲਈ ਜੋ ਕਿਸੇ ਕਿਸਾਨ ਨੂੰ ਕੋਈ ਲੋੜ ਹੈ, ਕੋਈ ਘਰੇਲੂ ਲੋੜ ਹੈ ਮੰਜੇ ਦੀ, ਪੀੜ੍ਹੀਆਂ ਦੀ, ਉਹ ਬਣਾ ਦਿੱਤੀਆਂ। ਇਸੇ ਤਰ੍ਹਾਂ ਘੁਮਿਆਰ ਭਾਂਡੇ ਪੱਥਦੇ ਸਨ, ਭਾਂਡੇ ਬਣਾਉਂਦੇ ਸਨ। ਮੋਚੀ ਜੋ ਚੰਮ ਦਾ ਕੰਮ ਕਰਦੇ ਸਨ, ਭਾਵ ਬੂਟ ਬਣਾਉਣੇ, ਚੱਪਲਾਂ ਬਣਾਉਣੀਆਂ। ਇਸ ਤਰ੍ਹਾਂ ਸਾਰੇ ਇਹ ਹੱਥੀਂ ਕੰਮ ਦਸਤਕਾਰ ਸਨ ਅਤੇ ਆਪਣੀਆਂ ਜੋ ਲੋੜਾਂ ਸਨ ਆਪਸ ਦੇ ਵਿੱਚ ਪੂਰੀਆਂ ਕਰ ਲੈਂਦੇ ਸਨ। ਜਿਵੇਂ ਕਿਸੇ ਮੋਚੀ ਨੇ ਕਿਸੇ ਦਾ ਕੰਮ ਕਰ ਦਿੱਤਾ, ਉਸ ਦੇ ਬਦਲੇ ਉਸਨੂੰ ਕੋਈ ਅਨਾਜ ਦੇ ਦੇਣਾ, ਦੁੱਧ ਦੇ ਦੇਣਾ ਜਾਂ ਘਿਓ ਦੇ ਦੇਣਾ। ਆਪਸ ਦੇ ਵਿੱਚ ਸਾਰੇ ਹੀ ਆਤਮ ਨਿਰਭਰ ਸਨ, ਭਾਵ ਇੱਕ ਦੂਜੇ ਨਾਲ ਮਿਲ ਕੇ ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੇ ਸਨ। 19ਵੀਂ ਸਦੀ ਤੱਕ ਜੋ ਭਾਰਤ ਦੇ ਲੋਕ ਸਨ, ਪੇਂਡੂ ਲੋਕ ਲਗਭਗ ਆਤਮ ਨਿਰਭਰ ਸਨ। ਪਿੰਡ ਆਤਮ ਨਿਰਭਰ ਸਨ, ਆਪਣੀਆਂ ਲੋੜਾਂ ਉਹ ਖੁਦ ਪੂਰੀਆਂ ਕਰ ਲੈਂਦੇ ਸਨ ਅਤੇ ਉਹਨਾਂ ਵਿੱਚ ਕੋਈ ਲਾਲਚ ਨਹੀਂ ਸੀ, ਕੋਈ ਵੈਰ ਵਿਰੋਧ ਨਹੀਂ ਸੀ, ਸਾਰਾ ਭਾਈਚਾਰਾ ਹੁੰਦਾ ਸੀ। ਅੰਗਰੇਜ਼ੀ ਰਾਜ ਦੀ ਸਥਾਪਨਾ ਹੋਣ ਕਰਕੇ ਪਿੰਡਾਂ ਦੇ ਲੋਕ ਵੀ ਅੰਗਰੇਜ਼ੀ ਕਾਰਖਾਨਿਆਂ ਵਿੱਚ ਤਿਆਰ ਕੀਤੀਆਂ ਵਸਤੂਆਂ ਦੀ ਵਰਤੋਂ ਕਰਨ ਲੱਗ ਪਏ, ਕਿਉਂਕਿ ਉਹ ਵਧੀਆ ਅਤੇ ਸਸਤੀਆਂ ਹੁੰਦੀਆਂ ਸਨ। ਕੀ ਕੀਤਾ ਅੰਗਰੇਜ਼ਾਂ ਨੇ? ਭਾਰਤ ਦੇ ਵਿੱਚੋਂ ਕੱਚਾ ਮਾਲ ਜਿਵੇਂ ਕਪਾਹ, ਭਾਰਤ ਵਿੱਚੋਂ ਕੱਚਾ ਮਾਲ ਤਾਂ ਅੰਗਰੇਜ਼ ਇੰਗਲੈਂਡ ਲੈ ਜਾਂਦੇ ਅਤੇ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ, ਉਦਯੋਗਾਂ ਦਾ ਵਿਕਾਸ ਹੋਇਆ ਸੀ ਅਤੇ ਉੱਥੋਂ ਤਿਆਰ ਮਾਲ ਨੂੰ ਭਾਰਤ ਵਿੱਚ ਲਿਆ ਕੇ ਉਹ ਵੇਚਣ ਲੱਗੇ। ਜੋ ਹੱਥੀਂ ਕੰਮ ਕਰਦੇ ਸਨ ਲੋਕ, ਉਹਨਾਂ ਨੂੰ ਮਾਲ ਤਿਆਰ ਕਰਨ ਦੇ ਵਿੱਚ ਜ਼ਿਆਦਾ ਟਾਈਮ ਲੱਗਦਾ ਸੀ ਅਤੇ ਸਫਾਈ ਘੱਟ ਹੁੰਦੀ ਸੀ ਅਤੇ ਮਹਿੰਗਾ ਪੈਂਦਾ ਸੀ। ਇਸ ਦੇ ਉਲਟ ਅੰਗਰੇਜ਼ੀ ਰਾਜ ਦੀ ਸਥਾਪਨਾ ਹੋਣ ਕਰਕੇ ਪਿੰਡਾਂ ਦੇ ਲੋਕ ਵੀ ਅੰਗਰੇਜ਼ੀ ਕਾਰਖਾਨਿਆਂ ਵਿੱਚ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਨ ਲੱਗ ਪਏ, ਕਿਉਂਕਿ ਉਹ ਵਧੀਆ ਅਤੇ ਸਸਤੀਆਂ ਹੁੰਦੀਆਂ ਸਨ। ਇਸ ਕਰਕੇ ਭਾਰਤੀ ਸ਼ਹਿਰਾਂ ਦੇ ਅਤੇ ਪਿੰਡਾਂ ਦੇ ਛੋਟੇ-ਛੋਟੇ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਅਤੇ ਕਾਰੀਗਰ ਬੇਕਾਰ ਭਾਵ ਬੇਰੁਜ਼ਗਾਰ ਹੋ ਗਏ। ਇਸ ਤਰ੍ਹਾਂ 19ਵੀਂ ਸਦੀ ਵਿੱਚ ਛੋਟੇ ਉਦਯੋਗਾਂ ਦਾ ਲਗਭਗ ਪਤਨ ਹੋ ਗਿਆ। ਅਤੇ ਕੁਸ਼ਚਨ ਆਨਸਰ, ਅੰਗਰੇਜ਼ੀ ਰਾਜ ਤੋਂ ਪਹਿਲਾਂ ਭਾਰਤੀ ਲੋਕ ਆਪਣੀਆਂ ਲੋੜਾਂ ਕਿਵੇਂ ਪੂਰੀਆਂ ਕਰਦੇ ਸਨ? ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਭਾਰਤ ਦੇ ਪਿੰਡਾਂ ਦੇ ਲੋਕ
ਭਾਰਤ ਦੇ ਪਿੰਡਾਂ ਦੇ ਲੋਕ, ਭਾਰਤ ਦੇ ਪਿੰਡਾਂ ਦੇ ਲੋਕ, ਚਾਹੇ ਲਿਖਣਾ ਲਿਖ ਲਓ, ਜਿਵੇਂ ਲੁਹਾਰ, ਜਲਾਹੇ, ਕਿਸਾਨ, ਤਰਖਾਣ, ਮੋਚੀ, ਘੁਮਿਆਰ ਆਦਿ ਮਿਲ ਕੇ ਪਿੰਡ ਦੀਆਂ ਲੋੜਾਂ ਪੂਰੀਆਂ, ਮਿਲ ਕੇ ਆਪਣੀਆਂ ਜਾਂ ਪਿੰਡ ਦੀਆਂ ਲੋੜਾਂ ਪੂਰੀਆਂ ਕਰਦੇ ਸਨ, ਆਪਣੀਆਂ ਲੋੜਾਂ ਪੂਰੀਆਂ ਕਰਦੇ ਸਨ। ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਭਾਰਤ ਦੇ ਪਿੰਡਾਂ ਦੇ ਲੋਕ ਜਿਵੇਂ ਲੁਹਾਰ, ਜਲਾਹੇ, ਕਿਸਾਨ, ਤਰਖਾਣ, ਮੋਚੀ, ਘੁਮਿਆਰ ਆਦਿ ਮਿਲ ਕੇ ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੇ ਸਨ, ਮਿਲ ਕੇ ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੇ। ਭਾਰਤੀ ਲੋਕ ਅੰਗਰੇਜ਼ੀ ਕਾਰਖਾਨਿਆਂ ਵਿੱਚ ਤਿਆਰ ਵਸਤਾਂ ਕਿਉਂ ਵਰਤਣ ਲੱਗੇ ਸਨ? ਕਿਉਂ ਲੱਗੇ ਸਨ? ਕਿਉਂਕਿ ਉਹ ਵਧੀਆ ਅਤੇ ਸਸਤੀਆਂ ਹੁੰਦੀਆਂ ਸਨ। ਕਿਉਂਕਿ ਉਹ ਵਧੀਆ ਅਤੇ ਸਸਤੀਆਂ ਹੁੰਦੀਆਂ ਸਨ। ਇਹ ਸਾਡਾ ਦੂਜਾ ਆਨਸਰ ਆ ਗਿਆ, ਦੂਜਾ ਉੱਤਰ ਆ ਗਿਆ, ਕਿਉਂਕਿ ਉਹ ਵਧੀਆ ਅਤੇ ਸਸਤੀਆਂ ਹੁੰਦੀਆਂ ਸਨ। ਛੋਟੇ ਛੋਟੇ ਉਦਯੋਗਾਂ ਦਾ ਪਤਨ ਹੋਣਾ ਕਿਉਂ ਸ਼ੁਰੂ ਹੋ ਗਿਆ? ਕਿਉਂ ਸ਼ੁਰੂ ਹੋਇਆ ਸੀ? ਪਿੰਡਾਂ ਦੇ ਲੋਕ ਵੀ ਅੰਗਰੇਜ਼ੀ ਕਾਰਖਾਨਿਆਂ ਵਿੱਚ ਤਿਆਰ ਕੀਤੀਆਂ ਵਸਤੂਆਂ ਦੀ ਵਰਤੋਂ ਕਰਨ ਲੱਗ ਪਏ ਸਨ। ਕਿਉਂ ਪਤਨ ਹੋਇਆ ਸੀ? ਕਿਉਂਕਿ ਪਿੰਡਾਂ ਦੇ ਲੋਕ ਵੀ, ਉਹਨਾਂ ਨੇ ਆਪ ਵੀ, ਖੁਦ ਵੀ ਜੋ ਪਿੰਡਾਂ ਦੇ ਲੋਕ ਸਨ, ਉਹਨਾਂ ਨੇ ਜੋ ਹੱਥਾਂ ਨਾਲ ਤਿਆਰ ਮਾਲ ਹੁੰਦਾ ਸੀ ਉਹਨਾਂ ਨੂੰ ਵਰਤਣਾ ਛੱਡ ਦਿੱਤਾ। ਪਹਿਲੀ ਗੱਲ ਤਾਂ ਹੱਥਾਂ ਨਾਲ ਤਿਆਰ ਕੀਤੇ ਮਾਲ 'ਤੇ ਸਮਾਂ ਜ਼ਿਆਦਾ ਲੱਗਦਾ ਸੀ। ਸਮਾਂ ਜ਼ਿਆਦਾ ਲੱਗਣ ਕਰਕੇ ਉਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਸੀ, ਅਤੇ ਦੂਜਾ ਉਹਨਾਂ ਉੱਤੇ ਇੰਨੀ ਜ਼ਿਆਦਾ ਸਫਾਈ ਨਹੀਂ ਹੁੰਦੀ ਸੀ। ਜੋ ਮਸ਼ੀਨਾਂ ਨਾਲ ਤਿਆਰ ਕੀਤੇ ਗਏ ਮਾਲ ਦੀ ਸਫਾਈ ਹੁੰਦੀ ਸੀ, ਸਫਾਈ ਵੀ ਹੁੰਦੀ ਸੀ ਅਤੇ ਉਹ ਸਸਤੇ ਵੀ ਹੁੰਦੇ ਸਨ। ਕਿਉਂ ਪਤਨ ਹੋਣਾ ਸ਼ੁਰੂ ਹੋ ਗਿਆ? ਕਿਉਂਕਿ ਪਿੰਡਾਂ ਦੇ ਲੋਕ ਵੀ ਅੰਗਰੇਜ਼ੀ ਕਾਰਖਾਨਿਆਂ ਵਿੱਚ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਨ ਲੱਗ ਪਏ ਸਨ, ਇਸ ਲਈ ਉਹਨਾਂ ਦਾ ਪਤਨ ਸ਼ੁਰੂ ਹੋ ਗਿਆ ਸੀ। ਖਾਲੀ ਥਾਂ। ਦਸਤਕਾਰੀ ਉਹਨਾਂ ਦੀ ਆਮਦਨ, ਉਹਨਾਂ ਦੀ ਆਮਦਨ ਦਾ ਸਾਧਨ ਹੁੰਦੀਆਂ ਸਨ। ਭਾਰਤੀ ਸ਼ਹਿਰਾਂ ਅਤੇ ਪਿੰਡਾਂ ਦੇ ਛੋਟੇ ਛੋਟੇ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਸਹੀ ਜਾਂ ਗਲਤ? ਭਾਰਤੀ ਕਾਰੀਗਰ ਬੇਕਾਰ ਹੋ ਗਏ, ਭਾਵ ਬੇਰੁਜ਼ਗਾਰ ਹੋ ਗਏ। ਬਿਲਕੁਲ ਸਹੀ ਹੈ। ਦਸਤਕਾਰੀ ਉਹਨਾਂ ਦੀ ਆਮਦਨੀ ਦਾ ਸਾਧਨ ਨਹੀਂ ਸਨ। ਗਲਤ ਹੈ, ਸਾਧਨ ਸਨ। ਜੋ ਦਸਤਕਾਰੀ ਸੀ ਉਹਨਾਂ ਦੀ ਆਮਦਨੀ ਦਾ ਸਾਧਨ ਸਨ। ਇਹਨਾਂ ਨੇ ਲਿਖਿਆ ਨਹੀਂ ਤਾਂ ਗਲਤ ਹੈ। ਪਹਿਲਾ ਕੁਐਸਚਨ, ਹਾਊ ਡਿਡ ਇੰਡੀਅਨ ਪੀਪਲ ਫੁਲਫਿਲ ਦੇਅਰ ਨੀਡਸ ਬਿਫੋਰ ਦਾ ਐਸਟੈਬਲਿਸ਼ਮੈਂਟ ਆਫ ਬ੍ਰਿਟਿਸ਼ ਰੂਲ ਇਨ ਇੰਡੀਆ? ਉਹ ਆਪਣੀਆਂ ਲੋੜਾਂ ਕਿਵੇਂ ਪੂਰੀਆਂ ਕਰਦੇ ਸਨ? ਤਾਂ ਪਹਿਲਾ ਆਨਸਰ ਹੈ ਬਿਫੋਰ ਦਾ ਐਸਟੈਬਲਿਸ਼ਮੈਂਟ ਆਫ ਬ੍ਰਿਟਿਸ਼ ਰੂਲ ਇਨ ਇੰਡੀਆ, ਵਿਲੇਜਰਸ ਲਾਈਕ ਬਲੈਕਸਮਿਥ, ਵੀਵਰਸ, ਫਾਰਮਰਸ, ਆਇਰਨ ਸਮਿਥ, ਕੋਬਲਰਸ। ਬਲੈਕਸਮਿਥ ਹੁੰਦਾ ਗਾ ਲੁਹਾਰ, ਵੀਵਰਸ ਹੁੰਦਾ ਜੁਲਾਹੇ, ਫਾਰਮਰ ਹੁੰਦਾ ਕਿਸਾਨ, ਆਇਰਨ ਸਮਿਥ, ਕੋਬਲਰ ਮੋਚੀ, ਪੋਟਰ ਹੁੰਦਾ ਗਾ ਘੁਮਿਆਰ। ਯੂਜ਼ ਟੂ ਮੇਕ ਦਾ ਥਿੰਗਸ ਟੂ ਫੁਲਫਿਲ ਦਾ ਨੀਡਸ ਆਫ ਵਿਲੇਜ। ਉਹ ਆਪਣੀਆਂ ਲੋੜਾਂ ਆਪ ਹੀ ਪੂਰੀਆਂ ਕਰ ਲੈਂਦੇ ਸਨ। ਪਹਿਲਾ ਆਨਸਰ। ਇਸ ਤੋਂ ਅਗਲਾ, ਵਾਈ ਦਾ ਪੀਪਲ ਆਫ ਇੰਡੀਆ ਸਟਾਰਟਡ ਯੂਜ਼ਿੰਗ ਦਾ ਥਿੰਗਸ ਵਿਚ ਵਰ ਮੇਡ ਇਨ ਬ੍ਰਿਟਿਸ਼ ਫੈਕਟਰੀਜ਼? ਕਿਉਂ ਲੱਗੇ ਇਸ ਕਰਨ ਉਹ? ਬਿਕੋਜ਼ ਥੀਜ਼ ਵਰ ਗੁੱਡ ਇਨ ਕੁਆਲਿਟੀ ਐਂਡ ਚੀਪ। ਸੈਕਿੰਡ ਆਨਸਰ। ਉਹਨਾਂ ਦੀ ਕੁਆਲਿਟੀ ਵਧੀਆ ਹੁੰਦੀ ਸੀ ਅਤੇ ਉਹ ਸਸਤੀਆਂ ਹੁੰਦੀਆਂ ਸਨ। ਇਹ ਸੈਕਿੰਡ ਹੈ, ਇਹ ਫਸਟ ਆਨਸਰ ਹੈ, ਫਸਟ ਆਨਸਰ। ਇਸ ਤੋਂ ਅਗਲਾ ਕੁਐਸਚਨ, ਇੰਡੀਅਨ ਵਿਲੇਜਰਸ ਆਲਸੋ ਸਟਾਰਟਡ ਯੂਜ਼ਿੰਗ ਦਾ ਥਿੰਗਸ ਵਿਚ ਵਰ ਮੇਡ ਇਨ ਦਾ ਫੈਕਟਰੀਜ਼। ਕਿਉਂ ਉਹਨਾਂ ਦਾ ਪਤਨ ਹੋ ਗਿਆ ਸੀ? ਕਿਉਂਕਿ ਭਾਰਤੀ ਲੋਕਾਂ ਨੇ ਵੀ
ਉਦਯੋਗਾਂ ਤੋਂ ਬਣੇ ਮਾਲ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਸੀ। ਇਹ ਫਸਟ, ਇਹ ਸੈਕਿੰਡ ਅਤੇ ਇਹ ਥਰਡ ਆਨਸਰ। ਫਿਲ ਇਨ ਦੀ ਬਲੈਂਕਸ। ਵਾਸ ਦੇਅਰ ਮੀਨਸ ਆਫ ਲਾਈਵਲੀਹੁੱਡ। ਉਹਨਾਂ ਦਾ ਕੀ ਸੀ ਉਹਨਾਂ ਦਾ ਲਾਈਵਲੀਹੁੱਡ? ਹੈਂਡੀਕ੍ਰਾਫਟ, handicraft and small scale. Handicraft and small scale industries were their means of livelihood। ਇਹ F1 ਪਹਿਲੀ ਫਿਲਅਪ ਹੈ। handicrafts and small scale industries were their means of livelihood। ਪਹਿਲੀ ਫਿਲ ਇਨ ਦੀ ਬਲੈਂਕ ਦੇ ਵਿੱਚ ਆਉਣਾ ਹੈ। ਅਗਲੀ, the small scale industries of ਟਾਊਨਸ ਐਂਡ ਵਿਲੇਜਿਸ ਸਟਾਰਟਡ। ਕੀ ਉਹਨਾਂ ਦਾ ਕੀ ਹੋਣਾ ਹੋ ਗਿਆ ਸੀਗਾ? ਸੈਕਿੰਡ ਫਿਲਅਪ। ਸਟਾਰਟਡ ਡਿਕਲਾਈਨ। ਸਟਾਰਟਡ ਇੱਥੋਂ ਲੈ ਕੇ ਇੱਥੇ ਤੱਕ ਡਿਕਲਾਈਨ। ਇਹ ਸੈਕਿੰਡ ਫਿਲਅਪ ਆ, ਇੱਥੋਂ ਲੈ ਕੇ ਇੱਥੇ ਤੱਕ। ਪਹਿਲੀ ਹੈਂਡੀਕ੍ਰਾਫਟ ਐਂਡ ਸਮਾਲ ਸਕੇਲ, ਇਹ F1 ਪਹਿਲੀ ਫਿਲਅਪ ਹੈ। ਇਹ ਸੈਕਿੰਡ ਫਿਲਅਪ ਹੈ। ਇਸ ਤੋਂ ਅੱਗੇ ਟਰੂ ਫਾਲਸ। ਇੰਡੀਅਨ ਵਰਕਰਸ ਕੇਮ ਅਨਇੰਪਲੋਇਡ। ਉਹ ਬੇਕਾਰ, ਉਹ ਬੇਰੁਜ਼ਗਾਰ ਹੋ ਗਏ। ਟਰੂ। ਹੈਂਡੀਕ੍ਰਾਫਟ ਐਂਡ ਸਮਾਲ ਸਕੇਲ ਇੰਡਸਟਰੀਜ਼ ਵਰ ਨੋਟ ਦੇਅਰ ਮੀਨਸ ਆਫ ਲਾਈਵਲੀਹੁੱਡ। ਫਾਲਸ। ਉਹਨਾਂ ਦੇ ਆਮਦਨੀ ਦਾ ਸਾਧਨ ਹੀ ਦਸਤਕਾਰੀ ਅਤੇ ਛੋਟੇ ਛੋਟੇ ਉਦਯੋਗ ਸਨ, ਇਸ ਲਈ ਇਹ ਫਾਲਸ ਹੈ। ਇਹ ਕਹਿੰਦੇ ਨੇ ਕਿ ਉਹਨਾਂ ਦਾ ਸਾਧਨ ਨਹੀਂ ਸਨ, ਸਾਧਨ ਸਨ, ਇਸ ਲਈ ਇਹ ਗਲਤ ਹੈ।